Hello everyone, welcome to Victor's Knowledge. This is Chinu Sharma, and today in this lecture we are going to discuss most important general knowledge question. So ਅੱਜ ਦੇ ਇਸ ਮੇਗਾ ਸੈਸ਼ਨ ਦੇ ਅੰਦਰ ਆਪਾਂ 125 plus MCQs ਡਿਸਕਸ ਕਰਾਂਗੇ ਤੇ ਜਿਹੜੇ MCQs ਨੇ ਇਹ ਸਾਰੇ ਦੇ ਸਾਰੇ ਤੁਹਾਡੇ ਆਉਣ ਵਾਲੇ PSSB ਕਲਰਕ, ਨਾਇਬ, ਕੋਆਪਰੇਟਿਵ ਹਰ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੇ ਹਨ। So before beginning with our today's lecture, I want to share something important with you guys. So I have already discussed with you earlier also that I have launched this important mock test. Basically ਜਿਹੜੇ mock test ਇਹਦੇ ਅੰਦਰ PSSB clerk ਜਿਹੜਾ common exam ਆ ਉਹਦੇ 5 mock test ਨੇ ਤੇ ਨਾਲ IT clerk ਦੇ ਤੁਹਾਨੂੰ 4 mock test ਮਿਲਣਗੇ ਜਿਨ੍ਹਾਂ ਦੇ ਅੰਦਰ specifically 50 marks ਦਾ ਜਿਹੜਾ ਕੰਪਿਊਟਰ ਹੈ ਉਹ ਅਲੱਗ ਤੋਂ ਸਿਲੇਬਸ ਦੇ ਅਕੋਰਡਿੰਗ ਕਵਰ ਕੀਤਾ ਹੋਇਆ ਹੈ। ਸੋ ਜੇ ਤੁਸੀਂ ਇਹ ਟੈਸਟ ਬਾਏ ਕਰਨੇ ਨੇ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਜਾਂ ਫਿਰ ਇੰਸਟਾਗ੍ਰam ਪੇਜ ਵਿਕਟਰਸ ਨੌਲੇਜ ਨੂੰ ਫੋਲੋ ਕਰਕੇ ਉੱਥੇ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ। ਸੋ ਸਟਾਰਟਿੰਗ ਵਿਦ ਆਰ ਫਰਸਟ ਕੁਐਸਚਨ, ਬਰਾਸ ਹੈ ਜਿਹੜਾ ਜਿਹਨੂੰ ਆਪਾਂ ਹਵਾ ਦੇ ਵਿੱਚ ਰੱਖੀਏ ਤਾਂ ਉਹਦਾ ਰੰਗ ਬਦਲ ਜਾਂਦਾ ਹੈ। ਸੋ ਹਵਾ ਦੇ ਵਿੱਚ ਕਿਹੜੀ ਇਹੋ ਜਿਹੀ ਗੈਸ ਹੈ ਜਿਹਦੀ ਪ੍ਰੈਜ਼ੈਂਸ ਦੇ ਕਾਰਨ ਬਰਾਸ ਦੀ ਡਿਸਕਲਰੇਸ਼ਨ ਹੁੰਦੀ ਹੈ? ਸੋ ਉਹ ਹੈ ਹਾਈਡਰੋਜਨ ਸਲਫਾਈਡ ਆਪਸ਼ਨ ਬੀ। ਨੈਕਸਟ ਇਜ਼ ਇਹਨਾਂ ਦੇ ਵਿੱਚੋਂ ਕਿਹੜਾ ਨੌਨ ਮੈਟਲ ਹੈ ਜਿਹੜਾ ਲਿਕੁਇਡ ਫਾਰਮ ਵਿੱਚ ਮਿਲਦਾ ਹੈ ਰੂਮ ਟੈਂਪਰੇਚਰ ਤੇ? ਸੋ ਉਹ ਹੈ ਬ੍ਰੋਮਾਈਨ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਇਜ਼ ਜਿਹੜੀ ਪੈਨਸਿਲ ਹੁੰਦੀ ਹੈ ਉਹਦੇ ਵਿੱਚ ਕਿਹੜੀ ਚੀਜ਼ ਮਿਲਦੀ ਹੈ ਇਹਨਾਂ ਚਾਰਾਂ ਦੇ ਵਿੱਚੋਂ? ਸੋ ਪੈਨਸਿਲ ਦੇ ਵਿੱਚ ਵਰਤਾ ਜਾਂਦਾ ਹੈ ਗ੍ਰੇਫਾਈਟ ਆਪਸ਼ਨ ਏ। ਨੈਕਸਟ ਇਜ਼ ਕੈਮੀਕਲ ਫਾਰਮੂਲਾ ਆਫ ਵਾਟਰ। ਸੋ ਕਈ ਵਾਰੀ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੇ ਸਿੰਪਲ ਕੁਐਸਚਨ ਦੇਖਣ ਨੂੰ ਵੀ ਮਿਲਦੇ ਨੇ, ਸਪੈਸ਼ਲੀ exams conducted by PPSC। ਸੋ ਜਿਹੜੇ ਵੀ ਸਟੂਡੈਂਟਸ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਸੋ ਉਹ ਐਵੇਂ ਦੇ ਕੁਐਸਚਨ ਜ਼ਰੂਰ ਤਿਆਰ ਕਰਕੇ ਜਾਓ। ਸੋ ਕੈਮੀਕਲ ਫਾਰਮੂਲਾ ਹੈ ਪਾਣੀ ਦਾ H2O ਆਪਸ਼ਨ ਬੀ। ਇਲੈਕਟ੍ਰਿਕ ਬਲਬ ਦੇ ਅੰਦਰ ਕਿਹੜੀ ਗੈਸ ਫਿਲ ਕੀਤੀ ਹੁੰਦੀ ਹੈ? ਸੋ ਇਲੈਕਟ੍ਰਿਕ ਬਲਬ ਦੇ ਅੰਦਰ ਹੁੰਦੀ ਹੈ ਨਾਈਟ੍ਰੋਜਨ ਗੈਸ ਆਪਸ਼ਨ ਏ। ਵਾਸ਼ਿੰਗ ਸੋਡਾ ਨੂੰ ਆਪਾਂ ਹੋਰ ਕੀ ਕਹਿੰਦੇ ਆ? ਸੋ ਇਹਦਾ ਕਾਮਨ ਨੇਮ ਹੈ ਸੋਡੀਅਮ ਕਾਰਬੋਨੇਟ ਆਪਸ਼ਨ ਏ। ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। Variety of coal in which deposit contain recognizable traces of original plant material। ਸੋ coal ਦੀ ਇਹ ਜੀ ਵੈਰਾਈਟੀ ਜਿਹਦੇ ਵਿੱਚ ਜਿਹੜਾ ਅਸਲੀ plant material ਹੈ ਉਹਦੇ ਆਪਾਂ ਨੂੰ ਕੋਈ ਨਾ ਕੋਈ traces ਕਣ ਦੇਖਣ ਨੂੰ ਮਿਲਦੇ ਨੇ ਜਿਹੜੇ ਉਹਦੇ deposits ਨੇ coal ਦੇ। ਸੋ ਉਹ ਹੈ ਪੀਟ ਆਪਸ਼ਨ ਡੀ। ਇਹਨਾਂ ਚਾਰਾਂ ਦੇ ਵਿੱਚੋਂ ਲੂਬਰੀਕੈਂਟ ਦੇ ਤੌਰ ਤੇ ਆਪਾਂ ਕਿਹੜੀ ਚੀਜ਼ ਯੂਜ਼ ਕਰ ਸਕਦੇ ਹਾਂ? ਸੋ ਲੂਬਰੀਕੈਂਟ ਦੇ ਤੌਰ ਤੇ ਆਪਾਂ ਵਰਤਦੇ ਹਾਂ ਗ੍ਰੇਫਾਈਟ ਆਪਸ਼ਨ ਏ। ਸੋ ਬੇਸਿਕਲੀ ਜੇ ਆਪਾਂ ਸਿੰਪਲ ਅੱਖਰਾਂ ਦੇ ਵਿੱਚ ਲੂਬਰੀਕੈਂਟ ਦਾ ਮਤਲਬ ਸਮਝਣਾ ਹੋਵੇ ਤਾਂ ਲੂਬਰੀਕੈਂਟ ਉਹ ਚੀਜ਼ ਹੈ ਜਿਹਦੀ ਵਰਤੋਂ ਕਰਕੇ ਆਪਾਂ ਦੋ ਚੀਜ਼ਾਂ ਦੇ ਵਿਚਾਲੇ ਵਾਲੀ ਜਿਹੜੀ ਫ੍ਰਿਕਸ਼ਨ ਹੈ ਉਹਨੂੰ ਘਟਾ ਸਕਦੇ ਹਾਂ। ਸੋ ਬਹੁਤ ਸਾਰੇ ਲੂਬਰੀਕੇਟਿੰਗ ਆਇਲਸ ਵਗੈਰਾ ਦੀ ਵੀ ਆਪਾਂ ਗੱਲ ਕਰਦੇ ਹਾਂ। ਸੋ ਇਹਨਾਂ ਦੇ ਵਿੱਚੋਂ ਲੂਬਰੀਕੈਂਟ ਹੈ ਗ੍ਰੇਫਾਈਟ। ਨੈਕਸਟ ਇਜ਼ ਐਵਰੇਜ ਸਲਾਈਨਿਟੀ ਆਫ ਸੀ ਵਾਟਰ। ਸੋ ਐਵਰੇਜ ਸਲਾਈਨਿਟੀ ਹੈ ਸੀ ਵਾਟਰ ਦੀ 3.5%। ਵੈਰੀ ਇੰਪੋਰਟੈਂਟ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। Next is galvanized iron sheets have a coating of। ਸੋ ਲੋਹੇ ਦੀਆਂ ਸ਼ੀਟਸ ਜਿਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇੱਕ ਇਰੋਜਨ ਤੋਂ ਬਚਾਉਣ ਲਈ ਕੋਟਿੰਗ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਗੈਲਵਨਾਈਜੇਸ਼ਨ ਕਹਿੰਦੇ ਆ। ਸੋ ਗੈਲਵਨਾਈਜ਼ ਕਿਸ ਚੀਜ਼ ਨਾਲ ਕੀਤੀ ਜਾਂਦੀ ਹੈ? ਸੋ ਇਹ ਕੀਤੀ ਜਾਂਦੀ ਹੈ ਜ਼ਿੰਕ ਦੀ ਵਰਤੋਂ ਕਰਕੇ ਆਪਸ਼ਨ ਸੀ। ਨੈਕਸਟ ਕੁਐਸਚਨ, ਜਦੋਂ ਵੀ ਤੁਹਾਨੂੰ ਸਿਲੇਬਸ ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਲਿਖਿਆ ਹੋਵੇ ਤਾਂ ਟੈਕਨੋਲੋਜੀ ਪਾਰਟ ਦੇ ਅੰਦਰ ਕਈ ਵਾਰੀ ਨਿਊਕਲੀਅਰ ਰਿਐਕਟਰ ਦਾ ਜਿਹੜਾ ਟੌਪਿਕ ਹੈ ਉਹਦੇ ਵਿੱਚੋਂ ਕੁਐਸਚਨਸ ਦੇਖਣ ਨੂੰ ਮਿਲਦੇ ਨੇ। ਸੋ ਨਿਊਕਲੀਅਰ ਰਿਐਕਟਰ ਦੇ ਅੰਦਰ ਜਿਵੇਂ ਹੁਣ ਕਲਰਕ ਦਾ ਐਗਜ਼ਾਮ ਆਉਣਾ ਜਾਂ ਕੋਆਪਰੇਟਿਵ ਇੰਸਪੈਕਟਰ ਦਾ ਤਾਂ ਜਿਹੜੇ ਇਸ ਲੈਵਲ ਦੇ ਐਗਜ਼ਾਮ ਨੇ ਉੱਥੇ ਹੈਵੀ ਵਾਟਰ, ਲਾਈਟ ਵਾਟਰ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਦੇ ਨੇ। ਸੋ ਤੁਸੀਂ ਐਵੇਂ ਦੇ ਕੁਐਸਚਨ ਨੇ ਟੈਕਨੋਲੋਜੀ ਦੇ ਅੰਦਰ ਜ਼ਰੂਰ ਤਿਆਰ ਕਰਨੇ ਆ। ਸੋ ਹੈਵੀ ਵਾਟਰ ਹੈ ਡਿਊਟੀਰੀਅਮ ਆਕਸਾਈਡ ਆਪਸ਼ਨ ਏ। ਨੈਕਸਟ ਇਜ਼ ਨੌਨ ਸਟਿਕ ਕੁਕਿੰਗ ਜਿਹੜੇ ਭਾਂਡੇ ਹੁੰਦੇ ਨੇ, ਯੂਟੈਂਸਿਲ ਹੁੰਦੇ ਨੇ, ਉਹਨਾਂ ਉੱਤੇ ਕਿਸ ਚੀਜ਼ ਦੀ ਕੋਟਿੰਗ ਕੀਤੀ ਜਾਂਦੀ ਹੈ? ਸੋ ਨੌਨ ਸਟਿਕ ਭਾਂਡਿਆਂ ਉੱਤੇ ਟੈਫਲੌਨ ਦੀ ਕੋਟਿੰਗ ਹੁੰਦੀ ਹੈ ਆਪਸ਼ਨ ਏ। ਨੈਕਸਟ ਇਜ਼ ਕਾਰਬਨ, ਡਾਇਮੰਡ, ਗ੍ਰੇਫਾਈਟ। ਇਹਨਾਂ ਤਿੰਨਾਂ ਨੂੰ ਇਕੱਠੇ ਆਪਾਂ ਟੁਗੇਦਰ ਕਿਸ ਚੀਜ਼ ਦਾ ਨਾਮ ਦਿੰਦੇ ਆ? ਸੋ ਇਹ ਤਿੰਨੋਂ ਨੇ ਐਲੋਟ੍ਰੋਪਸ ਆਪਸ਼ਨ ਏ। ਨੈਕਸਟ ਕਮ ਵੈਰੀ ਇੰਪੋਰਟੈਂਟ ਕੁਐਸਚਨ। ਬਹੁਤ ਸਿੰਪਲ ਜਿਹਾ ਕੁਐਸਚਨ ਹੈ ਪਰ ਕਈ ਵਾਰੀ ਸਟੂਡੈਂਟਸ ਇਹਦੇ ਵਿੱਚ ਕਨਫਿਊਜ਼ ਹੁੰਦੇ ਨੇ। ਹਵਾ ਕੀ ਹੈ? 에ਅਰ ਕੀ ਹੈ? ਸੋ 에ਅਰ ਇੱਕ ਮਿਕਸਚਰ ਹੈ ਆਪਸ਼ਨ ਡੀ। ਵਾਟਰ ਇਜ਼ ਅ ਗੁੱਡ ਸੋਲਵੈਂਟ ਆਫ ਆਇਨਿਕ ਸਾਲਟ। ਵਾਟਰ ਦੇ ਵਿੱਚ ਜਿਹੜੇ ਆਇਨਿਕ ਸਾਲਟ ਨੇ ਉਹ ਬਹੁਤ ਸਹੀ ਤਰੀਕੇ ਦੇ ਨਾਲ ਘੁਲ ਜਾਂਦੇ ਨੇ। ਕਿਉਂ? ਕਿਉਂਕਿ ਪਾਣੀ ਦਾ ਜਿਹੜਾ
हाई डिपोल मूवमेंट है, इट हैज अ हाई डिपोल मूवमेंट, ऑप्शन सी। ਸੋ ਉਰੇ ਤੁਸੀਂ ਥੋੜਾ ਜਿਹਾ ਡਿਪੋਲ ਮੂਵਮੈਂਟ ਬਾਰੇ ਸਮਝ ਲਓ। ਡਿਪੋਲ ਮੂਵਮੈਂਟ ਉਦੋਂ ਹੁੰਦੀ ਹੈ ਜਦੋਂ ਕੋਈ ਵੀ ਚਾਰਜ ਸੈਪਰੇਟ ਹੁੰਦੇ ਨੇ, ਵੈਨ देयर इज ਸੈਪਰੇਸ਼ਨ ਆਫ ਚਾਰਜ। ਸੋ ਉਦੋਂ ਅਕਰ ਹੁੰਦਾ ਹੈ ਜਦੋਂ ਦੋ ਆਇਨਸ ਕਿਸੇ ਵੀ ਆਇਨਿਕ ਬੌਂਡ ਦੇ ਵਿੱਚ, ਜਾਂ ਜਦੋਂ ਐਟਮਸ ਕਿਸੇ ਵੀ ਕੋਵਲੈਂਟ ਬੌਂਡ ਦੇ ਵਿੱਚ ਨੇ, ਤਾਂ ਉੱਥੇ ਜਿਹੜੀ ਮੂਵਮੈਂਟ ਹੁੰਦੀ ਆ ਆਇਨਸ ਦੀ, ਉਹਨੂੰ ਆਪਾਂ ਕਹਿੰਦੇ ਆ ਡਿਪੋਲ ਮੂਵਮੈਂਟ। ਤੇ ਪਾਣੀ ਦੀ ਡਿਪੋਲ ਮੂਵਮੈਂਟ ਬਹੁਤ ਜ਼ਿਆਦਾ ਹਾਈ ਹੈ, ਇਸ ਲਈ ਆਇਨਿਕ ਸਾਲਟ ਨੇ ਉਹ ਇਹਦੇ ਵਿੱਚ ਈਜ਼ੀਲੀ ਘੁਲ ਜਾਂਦੇ ਨੇ। ਸੋ ਵਾਟਰ ਇਜ਼ ਅ ਗੁੱਡ ਸੋਲਵੈਂਟ ਆਫ ਆਇਨਿਕ ਸਾਲਟ। ਵਿਚ ਆਫ ਦ ਫੋਲੋਇੰਗ ਇਜ਼ ਦ ਲਾਈਟੈਸਟ ਮਟੀਰੀਅਲ, ਇਹਨਾਂ ਵਿੱਚੋਂ ਸਭ ਤੋਂ ਹਲਕਾ ਮਟੀਰੀਅਲ ਹੈ ਆਪਸ਼ਨ ਬੀ ਲੀਥੀਅਮ। ਪੋਟਾਸ਼ੀਅਮ ਪਰਮੰਗਨੇਟ, ਇਹਨੂੰ ਆਪਾਂ ਪਾਣੀ ਨੂੰ, ਪੀਣ ਵਾਲੇ ਪਾਣੀ ਨੂੰ ਸਾਫ਼ ਕਰਨ ਲਈ ਵਰਤਦੇ ਹਾਂ। ਕਿਉਂ? ਕਿਉਂਕਿ ਇੱਕ ਆਕਸੀਡਾਈਜ਼ਿੰਗ ਏਜੰਟ ਹੈ, ਆਪਸ਼ਨ ਡੀ। ਨੈਕਸਟ ਕਮ ਵੈਰੀ ਇੰਪੋਰਟੈਂਟ ਕੁਐਸਚਨ, ਇਹ ਆਲਰੇਡੀ ਪੰਜਾਬ PCS ਐਗਜ਼ਾਮ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਆ ਚੁੱਕਿਆ ਹੈ, ਰਿਲੇਟਡ ਟੂ ਆਈਸੋਟੋਪ ਆਫ ਹਾਈਡਰੋਜਨ। ਸੋ ਕੋਆਪਰੇਟਿਵ ਇੰਸਪੈਕਟਰ ਵਾਲੇ ਜਿਹੜੇ ਸਟੂਡੈਂਟਸ ਨੇ, ਜਿਹੜੇ ਉਹਦੇ ਐਸਪੀਰੈਂਟਸ ਹੈ, ਉਹ ਇਸ ਕੁਐਸਚਨ ਨੂੰ ਜ਼ਰੂਰ ਧਿਆਨ 'ਚ ਰੱਖੋ। ਸੋ ਇਹਨਾਂ ਚਾਰਾਂ ਦੇ ਵਿੱਚੋਂ ਹਾਈਡਰੋਜਨ ਦਾ ਆਈਸੋਟੋਪ ਕਿਹੜਾ ਨਹੀਂ ਹੈ? ਸੋ ਹਾਈਡਰੋਜਨ ਦੇ 3 ਇੰਪੋਰਟੈਂਟ ਆਈਸੋਟੋਪਸ ਨੇ, ਟ੍ਰੀਟੀਅਮ, ਡਿਊਟੀਰੀਅਮ, ਪ੍ਰੋਟੀਅਮ। ਸੋ ਇਹਨਾਂ ਵਿੱਚੋਂ ਜਿਹੜਾ ਆਈਸੋਟੋਪ ਨਹੀਂ ਹੈ ਉਹ ਹੈ ਆਪਸ਼ਨ ਡੀ, ਵਟੀਰੀਅਮ। .mpg ਐਕਸਟੈਂਸ਼ਨ ਕਿਸ ਚੀਜ਼ ਨਾਲ ਰਿਲੇਟਡ ਹੈ, ਕਿਸ ਤਰ੍ਹਾਂ ਦੀ ਫਾਈਲ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੀ ਹੈ? ਸੋ .mpg ਆਪਾਂ ਨੂੰ ਦਿੰਦੀ ਹੈ ਕੋਈ ਐਨੀਮੇਸ਼ਨ ਜਾਂ ਫਿਰ ਮੂਵੀ ਫਾਈਲ। ਯਾਹੂ ਨੂੰ ਕਿਹਨੇ ਡਿਵੈਲਪ ਕੀਤਾ? ਵੈਰੀ ਇੰਪੋਰਟੈਂਟ ਕੁਐਸਚਨ। ਯਾਹੂ ਨੂੰ ਡਿਵੈਲਪ ਕੀਤਾ ਡੇਵਿਡ ਫਿਲੋ ਐਂਡ ਜੈਰੀ ਯੰਗ, ਆਪਸ਼ਨ ਬੀ। ਹਾਈ ਫ੍ਰੀਕੁਐਂਸੀ ਬੈਂਡ ਹੈ ਜਿਹੜਾ, ਉਹਦੀ ਜਨਰਲ ਫ੍ਰੀਕੁਐਂਸੀ ਰੇਂਜ ਕਿੰਨੀ ਹੁੰਦੀ ਹੈ? ਸੋ ਉਹ ਹੁੰਦੀ ਹੈ 3 ਤੋਂ 30 मेगाहर्ट्ज, ऑप्शन डी। नेक्स्ट इज .ini एक्सटेंशन किस तरह की फाइल बारे अपन दसदी है? सो ये अपन दसदी है एक सिस्टम फाइल बारे, ऑप्शन बी। हु co-founded हॉटमेल इन 1996 ते बाद विचों ओने माइक्रोसॉफ्ट ਨੂੰ बेचती सी। सो co-found ਕੀਤਾ ਸੀ हॉटमेल ਨੂੰ 1996 ਵਿੱਚ सबीर भाटिया ने, ऑप्शन सी। What do we call a collection of 2 or more computers that are located within a limited distance to each other and are connected to each other directly indirectly? So एक थोड़े जे limited distance, मतलब कि ज़्यादा ਆਪਾਂ wide area ਦੀ ਉਰੇ ਗੱਲ ਨਹੀਂ ਕਰ ਰਹੇ, ਉਰੇ ਆਪਾਂ ਛੋਟੇ distance ਦੀ ਗੱਲ ਕਰ ਰਹੇ ਹਾਂ। ਸੋ ਇਹ ਜੇ ਕੰਪਿਊਟਰਸ ਦੇ ਕਲੈਕਸ਼ਨ ਨੂੰ ਆਪਾਂ ਕੀ ਕਹਾਂਗੇ, ਜਿਹੜੇ ਨੈਟਵਰਕ ਦੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਜੁੜੇ ਹੋਏ ਨੇ ਤੇ ਥੋੜੇ ਲਿਮਿਟਿਡ ਡਿਸਟੈਂਸ ਵਿੱਚ ਪਾਏ ਜਾਂਦੇ ਨੇ। ਸੋ ਉਹ ਹੋ ਗਿਆ ਲੋਕਲ ਏਰੀਆ ਨੈਟਵਰਕ, ਜਿਹਨੂੰ ਆਪਾਂ LAN ਵੀ ਕਹਿ ਲੈਂਦੇ ਆ, ਆਪਸ਼ਨ ਸੀ। ਐਟ ਦੀ ਰੇਟ ਨੂੰ ਕਿਹੜੇ ਸਾਲ ਵਿੱਚ ਚੂਜ਼ ਕੀਤਾ ਸੀ ਈਮੇਲ ਐਡਰੈਸ ਵਿੱਚ ਵਰਤਣ ਦੇ ਲਈ? ਸੋ ਐਟ ਦੀ ਰੇਟ ਦੀ ਵਰਤੋਂ ਕੀਤੀ ਗਈ ਸੀ, ਯੂਜ਼ ਕਰਨ ਦੀ ਆਫੀਸ਼ੀਅਲ ਅਨਾਉਂਸਮੈਂਟ ਹੋਈ ਸੀ 1972 ਵਿੱਚ, ਆਪਸ਼ਨ ਬੀ। ਵੈਰੀ ਇੰਪੋਰਟੈਂਟ ਫॉर PSSB ਕਲਰਕ ਐਗਜ਼ਾਮ। ਨੈਕਸਟ ਇਜ਼ ਪਹਿਲਾ ਅਰਪਾਨੈਟ ਦਾ ਮੈਸੇਜ ਕੀ ਸੀ? ਪਹਿਲਾ ਅਰਪਾਨੈਟ ਦਾ ਮੈਸੇਜ ਸੀ ਲੋ, ਆਪਸ਼ਨ ਏ। 3 ਤਰ੍ਹਾਂ ਦੀਆਂ ਲੇਜ਼ਰਸ ਕਿਹੜੀਆਂ ਹੁੰਦੀਆਂ ਨੇ? ਸੋ 3 ਤਰ੍ਹਾਂ ਦੀਆਂ ਲੇਜ਼ਰਸ ਨੇ, ਗੈਸ, ਸੋਲਿਡ ਸਟੇਟ, ਡਾਇਓਡ। ਇੰਟਲ ਦੇ ਹੈੱਡਕੁਆਰਟਰਸ ਕਿੱਥੇ ਹੈ? ਇੰਟਲ ਦੇ ਹੈੱਡਕੁਆਰਟਰਸ ਨੇ ਸੈਂਟਾ ਕਲੈਰਾ, ਕੈਲੀਫੋਰਨੀਆ, ਆਪਸ਼ਨ ਸੀ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਫੁੱਲ ਫਾਰਮ, EPROM ਦਾ ਕੀ ਫੁੱਲ ਫਾਰਮ ਹੈ? What does EPROM stand for? So EPROM means erasable programmable read only memory. So ਤੁਸੀਂ PROM, EPROM ਜਾਂ ਕੱਲਾ ROM, ਇਹ ਸਾਰੀ ਦੀ ਸਾਰੀਆਂ ਫੁੱਲ ਫਾਰਮ ਜ਼ਰੂਰ ਤਿਆਰ ਕਰਨੀਆਂ ਨੇ। Voltage is sometimes referred to as EMF or electromotive. So electromotive, E means EM means electromotive, F ਕੀ ਹੈ ਉਰੇ? So voltage ਨੂੰ ਆਪਾਂ EMF ਕਹਿ ਲੈਂਦੇ ਹਾਂ। So ਉਰੇ F stands for force. So electromotive force, option D. Next is very important question. ਇਹ question ਤੁਹਾਨੂੰ ਟਿਪਸ ਤੇ ਹੋਣਾ ਚਾਹੀਦਾ ਹੈ, ਕਿਉਂਕਿ ancient history ਚੋਂ ਜਦੋਂ ਵੀ question ਆਉਂਦਾ, ਫਾਹੇਨ ਦੇ ਨਾਲ ਰਿਲੇਟਡ ਹਰ ਇੱਕ ਅੱਧਾ ਐਗਜ਼ਾਮ ਛੱਡ ਕੇ ਤੁਹਾਨੂੰ question ਦੇਖਣ ਨੂੰ ਮਿਲੂਗਾ। ਸੋ ਇਹ ਬਹੁਤ ਹੀ ਜ਼ਿਆਦਾ important question ਹੈ। ਸੋ ਫਾਹੇਨ ਕੌਣ ਸੀ? ਇਹਦਾ ਰਾਈਟ ਆਨਸਰ ਹੈ ਆਪਸ਼ਨ ਏ। ਪਹਿਲੇ ਬੁੱਧਿਸਟ ਪਿਲਗ੍ਰਿਮ ਸੀ ਚਾਈਨਾ ਦੇ, ਜਿਨ੍ਹਾਂ ਨੇ ਵਿਜ਼ਿਟ ਕੀਤੀ ਇੰਡੀਆ ਨੂੰ ਕਿਹਦੇ ਰੀਨ ਦੇ ਟਾਈਮ? ਸੋ ਡਿਊਰਿੰਗ ਦ ਰੂਲ ਆਫ ਚੰਦਰਗੁਪਤ ਵਿਕਰਮ ਆਦਿਤਿਆ। ਸੋ ਹੁਣ ਇਸ ਇੱਕ ਲਾਈਨ ਚੋਂ ਤੁਹਾਡੇ 2-3 ਇੰਪੋਰਟੈਂਟ ਕੁਐਸਚਨ ਤਿਆਰ ਹੁੰਦੇ ਨੇ। ਤੁਹਾਨੂੰ ਐਗਜ਼ਾਮ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਹੜੇ ਰਿਲੀਜਨ ਨਾਲ ਬਿਲੋਂਗ ਕਰਦੇ ਸੀ? ਸੋ ਇਹ ਬਿਲੋਂਗ ਕਰਦੇ ਸੀ ਬੁੱਧਿਸਟ ਧਰਮ ਨੂੰ, ਬੁੱਧਿਸਟ ਪਿਲਗ੍ਰਿਮ ਸੀ।
ਕਿੰਨਵੇਂ ਪਿਲਗ੍ਰਿਮ ਸੀ ਇੰਡੀਆ ਆਉਣ ਵਾਲੇ? ਪਹਿਲੇ। ਕਿੱਥੋਂ ਦੇ? ਚਾਈਨਾ। ਸੋ ਇਹ 3 ਕੁਐਸਚਨ ਤਿਆਰ ਹੋ ਗਏ। ਚੌਥਾ ਕੁਐਸਚਨ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿਹਦੀ ਰੀਨ ਦੇ ਸਮੇਂ ਵਿਜ਼ਿਟ ਕੀਤੀ? ਸੋ ਚੰਦਰਗੁਪਤ ਵਿਕਰਮਾਦਿੱਤਿਆ। You must remember these 4 important facts related to Fahim. Next, Gopal Krishna Gokhale. ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ, all of the above. ਸੋ ਇੱਕ ਤਾਂ ਇਹਨਾਂ ਨੇ ਸਟਾਰਟ ਕੀਤਾ ਸੀ ਐਜ਼ ਮੈਥਸ ਟੀਚਰ ਤੇ ਬਾਅਦ ਵਿੱਚ ਫਰਗੂਸਨ ਕਾਲਜ ਪੂਨਾ ਦੇ ਪ੍ਰਿੰਸੀਪਲ ਬਣ ਗਏ। ਦੂਜਾ ਇਹਨਾਂ ਨੇ ਸਰਵੈਂਟਸ ਆਫ ਇੰਡੀਆ ਸੁਸਾਇਟੀ ਫਾਊਂਡ ਕੀਤੀ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਐਂਡ ਥਰਡ ਇੰਪੋਰਟੈਂਟ ਫੈਕਟ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ 1905 ਵਿੱਚ। ਸੋ ਇਹ ਤਿੰਨੋਂ ਇੰਪੋਰਟੈਂਟ ਫੈਕਟਸ ਰਿਲੇਟਡ ਟੂ ਗੋਪਾਲ ਕ੍ਰਿਸ਼ਨ ਗੋਖਲੇ ਤੁਹਾਨੂੰ ਟਿਪਸ ਤੇ ਹੋਣੀ ਚਾਹੀਦੀ। ਨੈਕਸਟ ਇਜ਼ ਹਿਮਾਲਯਨ ਮਾਊਂਟੇਨਰਿੰਗ ਇੰਸਟੀਚਿਊਟ ਕਿੱਥੇ ਹੈ? ਸੋ ਇਹ ਇੰਸਟੀਚਿਊਟ ਹੈ ਡਾਰਜਲਿੰਗ ਵਿੱਚ, ਆਪਸ਼ਨ ਏ। Next is free market ਕੀ ਹੈ? This is very important economics question. So free market ਇਹ ਜੀ ਜਗ੍ਹਾ ਹੈ ਜਿੱਥੇ demand ਤੇ supply ਕੀ ਹੈ ਕਿਸੇ commodity ਦੀ, ਉਹ ਚੀਜ਼ demand ਤੇ supply basically price determine ਕਰੇ. So where the price of a commodity is determined by free play of forces of supply and demand. Next is East Timor United Nation ਦਾ 191st ਮੈਂਬਰ ਬਣਿਆ। ਸੋ ਕਿਹੜੇ ਕੰਟੀਨੈਂਟ ਦਾ ਪਾਰਟ ਹੈ ਈਸਟ ਤਿਮੋਰ? ਸੋ ਈਸਟ ਤਿਮੋਰ ਹੈ ਕੰਟੀਨੈਂਟ ਆਫ ਏਸ਼ੀਆ ਦਾ ਪਾਰਟ, ਆਪਸ਼ਨ ਏ। ਈਸਟ ਤਿਮੋਰ ਦੇ ਨਾਲ ਰਿਲੇਟਡ ਦੋ ਇੰਪੋਰਟੈਂਟ ਤੁਸੀਂ ਹੋਰ ਚੀਜ਼ਾਂ ਯਾਦ ਰੱਖਣੀਆਂ ਨੇ। ਇੱਕ ਤਾਂ ਕੈਪੀਟਲ ਕੀ ਹੈ? ਸੋ ਇਹਦੀ ਕੈਪੀਟਲ ਹੈ ਦਿੱਲੀ ਤੇ ਇਹਦੀ ਕਰੰਸੀ ਵੀ ਤੁਸੀਂ ਯਾਦ ਰੱਖਣੀ ਹੈ, ਤੁਹਾਨੂੰ ਕਰੰਸੀ ਵੀ ਐਗਜ਼ਾਮ ਵਿੱਚ ਪੁੱਛ ਸਕਦੇ ਨੇ। ਸੋ ਉਹ ਹੈ ਤਿਮੋਰ ਲੈਸਟੇ। ਨੈਕਸਟ ਇਜ਼ ਇਕਨੋਮਿਕ ਗੁਡਸ ਕਿਹੜੀਆਂ ਗੁਡਸ ਨੇ? ਸੋ ਇਕਨੋਮਿਕ ਗੁਡਸ ਉਹ ਗੁਡਸ ਨੇ ਜਿਨ੍ਹਾਂ ਦੀ ਕੁਆਂਟੀਟੀ ਘੱਟ ਹੈ, ਡਿਮਾਂਡ ਜ਼ਿਆਦਾ ਹੈ। All commodities that are limited in quantity as compared to their demand, option A. ਹਾਕੀ ਏਸ਼ੀਅਨ ਗੇਮਸ ਦੇ ਵਿੱਚ ਕਿਹੜੇ ਸਾਲ ਵਿੱਚ ਇੰਟਰੋਡਿਊਸ ਕੀਤੀ ਗਈ? ਸੋ ਹਾਕੀ ਏਸ਼ੀਅਨ ਗੇਮ ਟੋਕੀਓ ਵਿੱਚ 1958 ਚ ਇੰਟਰੋਡਿਊਸ ਕੀਤੀ। ਫਿਰਦੌਸੀ ਕੌਣ ਸੀ? ਫਿਰਦੌਸੀ ਇੱਕ ਪੋਇਟ ਸੀ ਤੇ ਇਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਐਪਿਕ ਹੈ ਸ਼ਾਹਨਾਮਾ। ਸੋ ਇਹ ਦੋਨੋਂ ਫੈਕਟਸ ਫਿਰਦੌਸੀ ਨਾਲ ਰਿਲੇਟਡ ਬਿਲਕੁਲ ਸਹੀ ਨੇ। ਸੋ ਰਾਈਟ ਆਨਸਰ ਕੀ ਹੋਊਗਾ? ਆਪਸ਼ਨ ਸੀ, ਬੋਥ A and B. ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਹੈੱਡਕੁਆਰਟਰਸ ਕਿੱਥੇ ਹੈ? ਅਨਦਰ ਇੰਪੋਰਟੈਂਟ ਕੁਐਸਚਨ। ਸੋ ਇਹਦੇ ਹੈੱਡਕੁਆਰਟਰਸ ਹੈ ਨਿਊਯਾਰਕ, USA। ਪਹਿਲੀ ਇੰਟਰਨੈਸ਼ਨਲ ਪੀਸ ਕਾਂਗਰਸ ਲੰਡਨ ਵਿੱਚ ਕਦੋਂ ਹੋਈ? ਸੋ ਪਹਿਲੀ ਇੰਟਰਨੈਸ਼ਨਲ ਪੀਸ ਕਾਂਗਰਸ ਹੋਈ 1843 AD, ਆਪਸ਼ਨ ਸੀ। ਡਾਕਟਰ ਜ਼ਾਕਿਰ ਹੁਸੈਨ ਕੌਣ ਸੀ? ਡਾਕਟਰ ਜ਼ਾਕਿਰ ਹੁਸੈਨ ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਸੀ, ਦ ਫਰਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਇਸ ਤਰ੍ਹਾਂ ਦੇ ਕੁਐਸਚਨ ਵੀ ਜਦੋਂ ਤੁਹਾਨੂੰ ਸਿਲੇਬਸ ਵਿੱਚ ਲਿਖਿਆ ਹੋਵੇ ਸਾਇੰਟਿਫਿਕ ਐਂਡ ਪੋਲੀਟੀਕਲ ਫੀਲਡ, ਸੋ ਉੱਥੇ ਪੋਲੀਟੀਕਲ ਫੀਲਡ ਵਾਲਾ ਜਿਹੜਾ ਏਰੀਆ ਉੱਥੇ ਸਟੈਟਿਕ ਜੀਕੇ ਦੇ ਅੰਦਰ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਐਕਸਪੈਕਟ ਕਰ ਸਕਦੇ ਹੋ। ਨੈਕਸਟ ਇਜ਼ G15 ਇਜ਼ ਐਨ ਇਕਨੋਮਿਕ ਗਰੁੱਪਿੰਗ ਆਫ। ਸੋ G15 ਹੈ ਥਰਡ ਵਰਲਡ ਨੇਸ਼ਨਸ ਦੀ ਇਕਨੋਮਿਕ ਗਰੁੱਪਿੰਗ, ਆਪਸ਼ਨ ਸੀ। Next is Golden Temple Amritsar is India. So it is India's largest Gurdwara, option A. Next, related to sports. Durand Cup KD game ਨਾਲ associated है. So this is associated with football, option B. GATT ਕੀ ਹੈ? General Agreement on Tariffs and Trade. So ਇਸ ਤਰ੍ਹਾਂ ਦੇ question ਤੁਸੀਂ ਨਾਇਬ ਤਹਿਸੀਲਦਾਰ ਤੇ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੇ ਵਿੱਚ ਸਪੈਸ਼ਲੀ ਜ਼ਰੂਰ ਐਕਸਪੈਕਟ ਕਰ ਸਕਦੇ ਹੋ। ਜੇ ਤੁਸੀਂ ਪੁਰਾਣਾ ਕੁਐਸਚਨ ਪੇਪਰ ਚੱਕ ਕੇ ਦੇਖੋਗੇ ਕੋਆਪਰੇਟਿਵ ਇੰਸਪੈਕਟਰ ਦਾ, ਤਾਂ ਉੱਥੇ ਤੁਹਾਨੂੰ ਇਸੇ ਤਰ੍ਹਾਂ ਦੇ ਸਟੇਟਮੈਂਟ ਬੇਸਡ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਗੈਟ ਕੀ ਹੈ? ਗੈਟ ਬੇਸਿਕਲੀ ਇੱਕ ਇਹੋ ਜਿਹਾ ਇੰਟਰਨੈਸ਼ਨਲ ਅਗਰੀਮੈਂਟ ਹੈ ਜਿਹਨੂੰ 1947 ਵਿੱਚ ਸਾਈਨ ਕੀਤਾ ਗਿਆ ਬਿਟਵੀਨ ਨਾਨ ਕਮਿਊਨਿਸਟ ਨੇਸ਼ਨ। ਸੈਕਿੰਡ ਅਗਰੀਮੈਂਟ ਕੀ ਸੀ ਇਹਦਾ ਮੇਨ? ਇਟਸ ਏਮ is to achieve arranging encouraging bargaining with trade concession between member. So ਜੋ ਵੀ ਇਸ trade tariff agreement ਦੇ ਮੈਂਬਰ ਕੰਟਰੀ ਸੀ ਜਿਨ੍ਹਾਂ ਨੇ ਸਾਈਨ ਕੀਤਾ ਸੀ, ਉਹਨਾਂ ਦਾ ਆਪਸ ਦੇ ਵਿੱਚ ਟ੍ਰੇਡ ਨੂੰ ਲੈ ਕੇ, ਕਾਰੋਬਾਰ ਨੂੰ ਲੈ ਕੇ ਕੋਈ ਬਾਰਗੇਨਿੰਗ ਕਰਨੀ, ਕੰਸੈਸ਼ਨ ਦੇਣੇ ਇੱਕ ਦੂਜੇ ਨੂੰ, ਟੈਰਿਫਸ ਦੇ ਵਿੱਚ, ਟੈਕਸੇਸ਼ਨਸ ਦੇ ਵਿੱਚ ਜੋ ਵੀ ਰਿਲੀਫਸ ਦੇਣੀਆਂ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਅਰੇਂਜਮੈਂਟ ਤਿਆਰ ਕੀਤਾ ਗਿਆ ਸੀ ਸੋ ਦੈਟ ਵਰਲਡ ਲੈਵਲ ਤੇ ਜਿਹੜੀ ਗਲੋਬਲਾਈਜੇਸ਼ਨ ਹੈ, ਵਰਲਡ ਟ੍ਰੇਡ ਹੈ, ਉਹ ਥੋੜਾ ਸੌਖੇ ਤਰੀਕੇ ਨਾਲ ਕੀਤਾ ਜਾ ਸਕੇ। ਸੋ ਇਹ ਦੋਨੋਂ ਆਪਸ਼ਨ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਬੋਥ A and B. ਜਾਰਜੀਆ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਕਿਹੜੇ ਸਾਲ ਵਿੱਚ ਬਣੇ? ਸੋ ਇਹ ਬਣੇ 1992, ਆਪਸ਼ਨ B.
Guru Gobind Singh Ji was. So Guru Gobind Singh Ji 10ਵੇਂ Sikh Guru, Khalsa ਦੇ founder, ਖਾਲਸਾ ਸਿੱਖ ਦਾ ਇਨਰ ਕਾਉਂਸਲ ਸੀ 1699 ਵਿੱਚ ਬਣਿਆ, ਦਸਮ ਗ੍ਰੰਥ ਦੇ ਆਥਰ। ਸੋ ਇਹ ਤਿੰਨੋਂ ਸਟੇਟਮੈਂਟ ਸਹੀ ਨੇ। ਰਾਈਟ ਆਨਸਰ ਕੀ ਰਹੂਗਾ? ਆਪਸ਼ਨ ਡੀ, ਆਲ ਆਫ ਦੀ ਅਬਵ। ਜਰਮਨੀ ਨੇ ਆਰਮਿਸਟਾਈਜ਼ ਟ੍ਰੀਟੀ ਸਾਈਨ ਕੀਤੀ ਸੀ ਵਰਲਡ ਵਾਰ 1 ਨੂੰ ਐਂਡ ਕਰਨ ਦੇ ਲਈ ਕਦੋਂ? ਸੋ ਇਹ ਕੀਤੀ 11 ਨਵੰਬਰ 1918, ਆਪਸ਼ਨ ਸੀ, ਵੈਰੀ ਵੈਰੀ ਇੰਪੋਰਟੈਂਟ। ਡੰਪਿੰਗ ਕੀ ਹੈ? ਸੋ ਇਕਨੋਮਿਕਸ ਦੇ ਅੰਦਰ ਇਸ ਤਰ੍ਹਾਂ ਦੇ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਦੇ ਨੇ। ਡੰਪਿੰਗ ਕੀ ਹੈ ਜਾਂ ਕਾਊਂਟਰਵੇਲਿੰਗ ਡਿਊਟੀ ਕੀ ਹੈ, ਜਿਵੇਂ ਆਪਾਂ ਨੇ ਗੈਟ ਦੇਖਿਆ, ਸੋ ਉਹ ਵੀ ਇਸੇ ਤਰ੍ਹਾਂ ਦਾ ਕੁਐਸਚਨ ਸੀ। ਡੰਪਿੰਗ ਕੀ ਹੈ? ਬੇਸਿਕਲੀ ਗੁੱਡਸ ਨੂੰ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਦੀ ਜਿਹੜੀ ਤੁਹਾਡੀ ਹੋਮ ਮਾਰਕੀਟ ਪ੍ਰਾਈਸ ਹੈ, ਜਿੰਨੀ ਤੁਹਾਡੀ ਪ੍ਰੋਡਕਸ਼ਨ ਕਾਸਟ ਸੀ ਉਹਦੇ ਨਾਲੋਂ ਵੀ ਘੱਟ ਰੇਟ ਉੱਤੇ ਵੇਚਣਾ। ਸੋ ਸੈਲਿੰਗ ਆਫ ਗੁੱਡਸ ਅਬਰੋਡ ਐਟ ਅ ਪ੍ਰਾਈਸ ਵੈਲ ਬਿਲੋ ਦ ਪ੍ਰੋਡਕਸ਼ਨ ਕਾਸਟ। ਸੋ ਥੋੜਾ ਜਿਹਾ ਇਹਦੇ ਚ ਆਪਾਂ ਨੁਕਸਾਨ ਝੇਲ ਕੇ ਇੰਟਰਨੈਸ਼ਨਲ ਲੈਵਲ ਤੇ ਸਸਤੇ ਗੁੱਡਸ ਵੇਚਦੇ ਆ। A statement। B, process by which the supply of manufactured good remain low in domestic market which batches him better profit। Third, prohibited by regulations of GATT। ਸੋ ਇੱਕ ਤਾਂ GATT ਦੇ ਜਿਹੜੇ ਰੂਲਸ ਨੇ ਉਹ ਇਹਨੂੰ ਕੰਟਰੋਲ ਕਰਦੇ ਨੇ, ਪ੍ਰੋਹਿਬਿਟ ਕਰਦੇ ਨੇ। ਆਪਸ਼ਨ ਸੀ ਵੀ ਬਿਲਕੁਲ ਸਹੀ ਹੈ। B ਆਪਸ਼ਨ ਕੀ ਕਹਿ ਰਹੀ ਹੈ? ਇਹ ਕਹਿ ਰਹੀ ਹੈ ਵੀ ਡੰਪਿੰਗ ਇੱਕ ਇਹੋ ਜਿਹਾ ਤਰੀਕਾ ਹੈ ਜਿਹਦੇ ਨਾਲ ਆਪਾਂ ਮੈਨੂਫੈਕਚਰਡ ਪ੍ਰੋਡਕਟਸ ਨੇ ਜੋ ਆਪਣੀ ਡੋਮੈਸਟਿਕ ਮਾਰਕੀਟ ਵਿੱਚ ਨਹੀਂ ਜ਼ਿਆਦਾ ਵਿਕ ਰਹੇ, ਸੋ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਆਪਾਂ ਬੈਟਰ ਪ੍ਰਾਈਸ ਨਹੀਂ ਆਪਾਂ ਨੂੰ ਮਿਲ ਰਹੇ, ਤਾਂ ਆਪਾਂ ਥੋੜਾ ਜਿਹਾ ਨੁਕਸਾਨ ਝੇਲ ਕੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੇਚ ਰਹੇ ਹਾਂ, ਪਰ ਐਟਲੀਸਟ ਆਪਾਂ ਨੂੰ ਕੁਝ ਪੈਸਾ ਮਿਲ ਰਿਹਾ। ਸੋ ਜਿੱਥੇ ਡੋਮੈਸਟਿਕ ਮਾਰਕੀਟ ਦੇ ਵਿੱਚ ਸਪਲਾਈ ਹੈ ਜਿਹੜੀ ਉਹ ਲੋ ਜਾ ਰਹੀ ਹੈ, ਉਹਦੀ ਇੰਨੀ ਡਿਮਾਂਡ ਨਹੀਂ ਆਪਾਂ ਨੂੰ ਮਿਲ ਰਹੀ, ਸੋ ਉਹਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਵੇਚਤਾ ਘੱਟ ਪੈਸੇ ਦੇ ਉੱਤੇ, ਸੋ ਉਹਨੂੰ ਆਪਾਂ ਕਹਿ ਰਹੇ ਹਾਂ ਡੰਪਿੰਗ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਨੇ। ਰਾਈਟ ਆਨਸਰ ਕੀ ਹੈ ਉਰੇ? ਆਪਸ਼ਨ ਡੀ, ਆਲ ਆਫ ਦੀ ਅਬਵ। ਇੰਡੀਆ ਦਾ ਸਭ ਤੋਂ ਟਾਲ ਸਟੋਨ ਸਟੈਚੂ ਜੈਨ ਸੇਜ ਗੋਮਤੇਸ਼ਵਰ ਕਿੱਥੇ ਸਿਚੁਏਟਡ ਹੈ? ਸੋ ਇਹ ਹੈ ਸਵਰਨਬੇਲਾਗੋਲਾ, ਕਰਨਾਟਕਾ, ਆਪਸ਼ਨ ਸੀ, ਵੈਰੀ ਇੰਪੋਰਟੈਂਟ ਇੰਡੀਅਨ ਆਰਟ ਐਂਡ ਕਲਚਰ ਕੁਐਸਚਨ। ਪੰਜਾਬ ਵਿੱਚ ਕੁੱਲ ਕਿੰਨੀਆਂ ਡਿਸਟ੍ਰਿਕਟਸ ਨੇ? ਸੋ ਪੰਜਾਬ ਵਿੱਚ ਕੁੱਲ 23 ਡਿਸਟ੍ਰਿਕਟਸ ਨੇ, ਆਪਸ਼ਨ ਏ। ਤੇ ਰੀਸੈਂਟਲੀ 23rd ਡਿਸਟ੍ਰਿਕਟ ਕੌਣ ਬਣੀ? ਮਲੇਰਕੋਟਲਾ। ਨੈਕਸਟ ਇਜ਼ IDA ਦੀ ਫੁੱਲ ਫਾਰਮ ਕੀ ਹੈ? IDA ਸਟੈਂਡਸ ਫॉर ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ। PSSB ਕਲਰਕ ਐਗਜ਼ਾਮ ਦੇ ਲਈ ਸਪੈਸ਼ਲੀ ਤੁਹਾਨੂੰ DRDO, DRDL, IDA ਇਸ ਤਰ੍ਹਾਂ ਦੀ ਜਿਹੜੇ ਬੇਸਿਕ ਜੀਆਂ ਏਜੰਸੀਜ਼ ਆਰਗੇਨਾਈਜੇਸ਼ਨ ਨੇ, ਇਹਨਾਂ ਦੀਆਂ ਫੁੱਲ ਫਾਰਮ ਜ਼ਰੂਰ ਆਉਣੀਆਂ ਚਾਹੀਦੀਆਂ ਨੇ। ਨੈਕਸਟ ਇਜ਼ ਬਾਸਕਟਬਾਲ ਗੇਮ ਵਿੱਚ ਦੋਨੋਂ ਸਾਈਡ ਤੇ ਕਿੰਨੇ ਪਲੇਅਰਸ ਹੁੰਦੇ ਨੇ? ਸੋ ਉਹ ਹੁੰਦੇ ਨੇ 5, ਆਪਸ਼ਨ ਬੀ। ਕੁਝ ਡਿਸੀਜ਼ਸ ਦੇ ਵਿੱਚ, ਬਿਮਾਰੀਆਂ ਵਿੱਚ ਐਂਟੀਬਾਇਓਟਿਕ ਦਿੱਤੇ ਜਾਂਦੇ ਨੇ। ਸੋ ਮੇਨ ਆਬਜੈਕਟਿਵ ਕੀ ਹੈ, ਕੀ ਮਨਸ਼ਾ ਹੁੰਦੀ ਹੈ ਐਂਟੀਬਾਇਓਟਿਕ ਦੇਣ ਦੇ ਪਿੱਛੇ? ਸੋ ਬੇਸਿਕਲੀ ਆਬਜੈਕਟ ਹੁੰਦਾ ਹੈ ਬੈਕਟੀਰੀਆ ਦੀ ਗਰੋਥ ਨੂੰ ਰੋਕਣਾ, ਇਨਹਿਬਿਟ ਦ ਗਰੋਥ ਆਫ ਬੈਕਟੀਰੀਆ, ਆਪਸ਼ਨ ਸੀ। India's integrated missile development program was started in under the chairmanship of Dr. APJ Abdul Kalam ਕਿਹੜੇ ਸਾਲ ਵਿੱਚ? 1982-83, ਆਪਸ਼ਨ ਡੀ। INS ਅਗਰਾਨੀ ਪੈਟੀ ਆਫੀਸਰ ਸਕੂਲ ਕਿੱਥੇ ਸਿਚੁਏਟਡ ਹੈ? ਸੋ ਇਹ ਪੈਟੀ ਆਫੀਸਰ ਸਕੂਲ ਹੈ ਕੋਇੰਬਟੂਰ, ਆਪਸ਼ਨ ਸੀ। ਹਾਈਬ੍ਰਿਡਾਈਜੇਸ਼ਨ ਦਾ ਕੀ ਮਤਲਬ ਹੈ? ਹਾਈਬ੍ਰਿਡਾਈਜੇਸ਼ਨ ਦਾ ਮਤਲਬ ਹੈ ਕ੍ਰਾਸ ਫਰਟੀਲਾਈਜੇਸ਼ਨ ਕਰਨੀ ਦੋ ਵੈਰਾਈਟੀਜ਼ ਦੀ, ਆਪਸ਼ਨ ਡੀ, ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਕ੍ਰਿਕਟ ਦੇ ਵਿੱਚ a run taken when the ball passes the batsman without touching his bat or body is called, ਸੋ ਇਹਨੂੰ ਕਿਹਾ ਜਾਂਦਾ ਹੈ by, ਆਪਸ਼ਨ ਬੀ। ਹਿਊਮਨ ਰਾਈਟਸ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਫॉर ਐਗਜ਼ਾਮ, ਸਪੈਸ਼ਲੀ ਫॉर PSSB ਕਲਰਕ ਐਗਜ਼ਾਮ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਇਹ 10 ਦਸੰਬਰ ਤੋਂ 1-2 ਦਿਨਾਂ ਬਾਅਦ ਹੀ ਕੰਡਕਟ ਹੋਣਾ ਹੈ। ਸੋ ਤੁਹਾਨੂੰ ਹਿਊਮਨ ਰਾਈਟਸ ਡੇ, ਇਹ ਇੰਪੋਰਟੈਂਟ ਡੇ ਤੇ ਇਹਦੇ ਨਾਲ ਰਿਲੇਟਡ ਜੋ ਵੀ ਫੈਕਟਸ ਨੇ ਜ਼ਰੂਰ ਪਤਾ ਹੋਣੇ ਚਾਹੀਦੇ ਆ। ਸੋ ਹਿਊਮਨ ਰਾਈਟਸ ਡੇ 10 ਦਸੰਬਰ, ਆਪਸ਼ਨ ਬੀ। ਜਿਹੜੀ ਇੰਡੀਆ ਦੀ ਪਾਰਲੀਮੈਂਟ ਹੈ ਉਹਨੂੰ ਆਪਾਂ ਸੋਵਰਨ ਬਾਡੀ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਇੱਕ ਤਾਂ ਉਹ ਸਿਰਫ ਉਹ ਮੈਟਰਸ ਦੇ ਉੱਤੇ, ਉਹ ਸਬਜੈਕਟਸ ਦੇ ਉੱਤੇ ਲਾਅ ਪਾਸ ਕਰ ਸਕਦੀ ਹੈ ਜਿਹੜੇ ਸੈਂਟਰ ਨੂੰ ਕਨਸਟੀਟਿਊਸ਼ਨ ਨੇ ਦੱਸੇ ਨੇ। ਦੂਜਾ, ਇਟ ਹੈਜ਼ ਟੂ ਆਪਰੇਟ ਵਿਦਿਨ ਦ ਲਿਮਿਟਸ ਪ੍ਰਿਸਕ੍ਰਾਈਬਡ ਬਾਈ ਕਨਸਟੀਟਿਊਸ਼ਨ। ਪਾਰਲੀਮੈਂਟ ਨੂੰ ਸੰਵਿਧਾਨ ਨੇ ਜਿਹੜੀਆਂ ਲਿਮਿਟਸ ਦਿੱਤੀਆਂ ਨੇ ਉਹਨਾਂ ਲਿਮਿਟਸ ਦੇ ਅੰਦਰ ਰਹਿ ਕੇ ਕੰਮ ਕਰਨਾ ਪੈਂਦਾ। ਤੀਜਾ, ਜਿਹੜੀ ਸੁਪਰੀਮ ਕੋਰਟ ਹੈ ਉਹ ਕਿਸੇ ਵੀ ਪਾਰਲੀਮੈਂਟ ਦੇ ਪਾਸ ਕੀਤੇ ਗਏ ਲਾਅ ਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕਰ ਸਕਦੀ ਹੈ ਜੋ ਸੰਵਿਧਾਨ ਦੀ ਪ੍ਰੋਵੀਜ਼ਨਸ ਨੂੰ ਕੰਟਰਾਵੈਨ ਕਰ ਰਹੇ ਨੇ, ਉਹਦੇ ਅਗੇਂਸਟ ਹੈ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ, ਆਲ ਆਫ ਦੀ ਅਬਵ।
ਮੈਂਬਰਸ ਆਫ ਪੰਚਾਇਤ ਦੇ ਮੈਂਬਰਸ ਕੌਣ ਹੁੰਦੇ ਨੇ? ਸੋ ਇਹ ਰਿਸਪੈਕਟਿਵ ਟੈਰੀਟੋਰੀਅਲ ਕਨਸਟੀਚੁਐਂਸੀ ਦੇ ਇਲੈਕਟੋਰੇਟ ਹੁੰਦੇ ਆ, ਆਪਸ਼ਨ ਬੀ। Next is president can assign any of the function of union government to state government, option D, state government ਦੇ ਨਾਲ consult ਕਰਕੇ। President can be removed from his office before expiry only on recommendation of, so ਜੇ ਦੋਨੋਂ house parliament ਦੇ recommend ਕਰਨ, option D। So next is objective of parliamentary reform, so right answer is option A, provincial assemblies ਨੂੰ extend ਕਰਨਾ। President ਦੇ office ਦੀ oath ਕੌਣ ਦਿਵਾਉਂਦਾ? Who administers or conducts the oath of office to president? So ਇਹ ਕਰਵਾਈ ਜਾਂਦੀ ਹੈ by the Chief Justice of India, option B, very important question for exam। Objective resolution ਨੂੰ unanimously ਇਕੱਠੇ adopt ਕੀਤਾ ਸੀ Constituent Assembly ਨੇ ਕਿਸ date ਨੂੰ? So the date is option A, 22 जनवरी 1947। Preamble declare India as a sovereign state which imply, ਸੋ ਪ੍ਰੀਐਂਬਲ 'ਚ ਲਿਖਿਆ ਗਿਆ ਕਿ ਇੰਡੀਆ ਇੱਕ ਸੋਵਰਨ ਸਟੇਟ ਆ। ਇਹਦਾ ਮਤਲਬ ਕੀ ਹੈ? ਸੋ ਇਹਦਾ ਮਤਲਬ ਹੈ ਕਿ ਇੰਡੀਆ ਦੀ ਜਿਹੜੀ ਸਰਕਾਰ ਹੈ ਜਾਂ ਪੂਰਾ ਆਪਣਾ ਦੇਸ਼ ਹੈ ਉਹ ਆਪਣੀ ਮਰਜ਼ੀ ਦੇ ਨਾਲ, ਚਾਹੇ ਕੋਈ ਇੰਟਰਨਲ ਮੈਟਰ ਹੈ ਚਾਹੇ ਕੋਈ ਐਕਸਟਰਨਲ ਮੈਟਰ ਹੈ, ਆਪਣੀ ਮਰਜ਼ੀ ਦੇ ਨਾਲ ਫ੍ਰੀਲੀ ਕੰਡਕਟ ਕਰਨ ਦਾ ਪੂਰਾ ਰਾਈਟ ਹੈ। ਕਿਸੇ ਹੋਰ ਕੰਟਰੀ ਦਾ, ਕਿਸੇ ਵੀ ਹੋਰ ਇੰਟਰਨੈਸ਼ਨਲ ਨੇਸ਼ਨ ਦਾ ਕੋਈ ਵੀ ਇੰਟਰਫੇਰੈਂਸ ਨਹੀਂ ਹੈ ਇੰਡੀਆ ਦੇ ਮੈਟਰਸ ਦੇ ਵਿੱਚ। ਸੋ ਇੰਡੀਆ ਇਜ਼ ਫ੍ਰੀ ਟੂ ਕੰਡਕਟ ਹੇਅਰ ਇੰਟਰਨਲ as well as external affair। ਕਈ ਵਾਰੀ ਐਗਜ਼ਾਮ ਵਿੱਚ ਇਹ ਵੀ ਕੁਐਸਚਨ ਆਉਂਦਾ ਹੈ ਵੀ ਸੋਵਰੈਨਿਟੀ ਕਿਸ ਤਰ੍ਹਾਂ ਦੀ ਹੈ। ਸੋ ਤੁਹਾਨੂੰ ਆਪਸ਼ਨਸ ਉੱਥੇ ਹੋਊਗਾ ਇੰਟਰਨਲ, ਐਕਸਟਰਨਲ, ਬੋਥ, ਨਨ। ਸੋ ਉੱਥੇ ਤੁਹਾਡਾ ਰਾਈਟ ਆਨਸਰ ਹੋਊਗਾ ਬੋਥ ਇੰਟਰਨਲ ਐਂਡ ਐਕਸਟਰਨਲ। ਨੈਕਸਟ ਇਜ਼ ਮੁਸਲਿਮ ਲੀਗ ਕਿਹੜੇ ਸਾਲ ਵਿੱਚ ਪੋਲੀਟੀਕਲ ਪਾਰਟੀ ਬਣੀ? ਸੋ ਇਹ ਬਣੀ 1906, ਆਪਸ਼ਨ ਏ। ਪ੍ਰੀਐਂਬਲ ਟੂ ਆਰ ਕਨਸਟੀਟਿਊਸ਼ਨ ਇਨਕਲੂਡ ਆਲ ਆਫ ਦ ਫੋਲੋਇੰਗ ਐਕਸੈਪਟ, ਸੋ ਇਹਨਾਂ ਦੇ ਵਿੱਚੋਂ ਪ੍ਰੀਐਂਬਲ ਦੇ ਵਿੱਚ ਜਿਹੜੀ ਚੀਜ਼ ਨਹੀਂ ਹੈ ਉਹ ਹੈ ਐਡਲਟ ਫਰੈਂਚਾਈਜ਼ੀ, ਆਪਸ਼ਨ ਏ, ਰਾਈਟ ਟੂ ਵੋਟ। ਸੋ ਇਹ ਆਪਣੇ ਪ੍ਰੀਐਂਬਲ ਦੇ ਵਿੱਚ ਨਹੀਂ ਹੈ। ਫਰੇਜ਼ ਪ੍ਰੋਸੀਜਰ ਐਸਟੈਬਲਿਸ਼ਡ ਬਾय ਲਾਅ ਦਾ ਕੀ ਮਤਲਬ ਹੈ? ਸੋ ਇਹਦਾ ਮਤਲਬ ਹੈ ਕਿ ਜੱਜਿਸ ਨੇ ਜਿਹੜੇ ਇੰਡੀਆ ਦੇ, ਉਹ ਲਾਅ ਦੀ ਫੇਅਰਨੈਸ ਨੂੰ, ਵੈਲਿਡਿਟੀ ਨੂੰ ਕੁਐਸਚਨ ਨਹੀਂ ਕਰ ਸਕਦੇ। ਜੇ ਕੋਈ ਵੀ ਲਾਅ ਸੰਵਿਧਾਨ ਦੇ ਅਕੋਰਡਿੰਗ ਬਣਾਇਆ ਗਿਆ, ਉਹਦੀ ਲਿਮਿਟਸ ਦੇ ਵਿੱਚ ਰਹਿ ਕੇ ਬਣਾਇਆ ਗਿਆ, ਤਾਂ ਕੋਈ ਵੀ ਜੱਜ ਜਿਹੜਾ ਵੀ ਲਾਅ ਦੇ ਦੁਆਰਾ ਪ੍ਰੋਸੀਜਰ ਐਸਟੈਬਲਿਸ਼ ਕੀਤਾ ਹੋਇਆ ਉਹਨੂੰ ਸਵਾਲ ਨਹੀਂ ਕਰ ਸਕਦਾ। ਸੋ ਆਪਸ਼ਨ ਏ, ਜੱਜਿਸ ਇਨ ਇੰਡੀਆ ਕੈਨ ਨਾਟ ਕੁਐਸਚਨ ਦ ਫੇਅਰਨੈਸ ਔਰ ਵੈਲਿਡਿਟੀ ਆਫ ਅ ਲਾਅ provided it is within the limits of constitution। next is national anthem ਕਿਹਨੇ ਲਿਖਿਆ? so national anthem ਭਾਰਤ ਦਾ ਲਿਖਿਆ ਰਵਿੰਦਰਨਾਥ ਟੈਗੋਰ, option B। members of standing committee are taken from lok sabha and rajya sabha in the ratio of, so standing committee ਦੇ members ਲਏ ਜਾਂਦੇ ਨੇ 2:1, so ਲੋਕ ਸਭਾ 2, ਰਾਜ ਸਭਾ 1, option A is the right answer। preamble to our constitution provide that India is, so preamble ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਇੰਡੀਆ ਕੀ ਹੈ? ਸੋ ਆਨਸਰ ਕੀ ਹੈ ਉਰੇ? ਆਪਸ਼ਨ ਬੀ, ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ। ਪ੍ਰੈਜ਼ੀਡੈਂਟ ਇੰਪੀਚ ਕਰ ਸਕਦੇ ਆਪਾਂ ਪ੍ਰੈਜ਼ੀਡੈਂਟ ਨੂੰ ਕਦੋਂ? ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਹਟਾਇਆ ਜਾ ਸਕਦਾ ਹੈ, ਉਹਨਾਂ ਦੇ ਅਗੇਂਸਟ ਇੱਕ ਇੰਪੀਚਮੈਂਟ ਮੋਸ਼ਨ ਲਿਆਂਦੀ ਜਾ ਸਕਦੀ ਹੈ ਪਾਰਲੀਮੈਂਟ ਦੇ ਵਿੱਚ ਜੇ ਉਹ ਸੰਵਿਧਾਨ ਨੂੰ ਵਾਇਲੇਟ ਕਰਨ, ਵਾਇਲੇਟਿੰਗ ਦ ਕਨਸਟੀਟਿਊਸ਼ਨ। ਨੇਮ ਆਫ ਯੂਨੀਅਨ ਗਿਵਨ ਇਨ ਦ ਕਨਸਟੀਟਿਊਸ਼ਨ ਇਜ਼, ਸੋ ਯੂਨੀਅਨ ਦਾ ਨਾਮ ਦਿੱਤਾ ਹੋਇਆ ਹੈ ਇੰਡੀਆ ਔਰ ਭਾਰਤ, ਆਪਸ਼ਨ ਸੀ। ਇਹ ਕੁਐਸਚਨ ਵੀ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਬੈਟਲ ਆਫ ਪਲਾਸੇ ਕਦੋਂ ਲੜੀ ਗਈ? ਬੈਟਲ ਆਫ ਪਲਾਸੇ ਲੜੀ ਸੀ 1757। ਕਿਹੜੀ ਟੈਰੀਟਰੀ ਸੀ ਪੋਰਸ ਦੀ ਜਿਹਨੇ ਆਫਰ ਕੀਤਾ ਸੀ ਅਲੈਗਜ਼ੈਂਡਰ ਦੇ ਅਗੇਂਸਟ ਇੱਕ ਬਹੁਤ ਹੀ ਸਟਰੋਂਗ ਰੈਜ਼ਿਸਟੈਂਸ ਲੜਾਈ? ਕਿਹੜੀਆਂ ਦੋ ਰਿਵਰਸ ਦੇ ਵਿਚਾਲੇ ਪੋਰਸ ਦੀ ਟੈਰੀਟਰੀ ਸੀ? ਸੋ ਉਹ ਦੋ ਰਿਵਰ ਨੇ ਜੇਲਮ ਤੇ ਚਨਾਬ, ਆਪਸ਼ਨ ਬੀ, ਵੈਰੀ ਇੰਪੋਰਟੈਂਟ ਕੁਐਸਚਨ। ਤ੍ਰਿਪਿਟਾਕਸ ਕਿਹੜੇ ਧਰਮ ਦੀਆਂ ਸੇਕ੍ਰੇਡ ਬੁੱਕਸ ਨੇ? ਸੋ ਇਹ ਨੇ ਬੁੱਧਿਸਟ, ਆਪਸ਼ਨ ਏ। ਥਿਊਰੀ ਆਫ ਇਕਨੋਮਿਕ ਡਰੇਨ ਆਫ ਇੰਡੀਆ ਡਿਊਰਿੰਗ ਬ੍ਰਿਟਿਸ਼ ਇੰਪੀਰੀਅਲਿਜ਼ਮ ਵਾਸ ਪ੍ਰੋਪਾਉਂਡਡ ਬਾय, ਸੋ ਇਹ ਥਿਊਰੀ ਦੇ ਵਿੱਚ ਬੇਸਿਕਲੀ ਐਕਸਪਲੇਨ ਕੀਤਾ ਸੀ ਕਿ ਕਿਵੇਂ ਅੰਗਰੇਜ਼ ਇੰਡੀਆ ਦੇ ਵਿੱਚੋਂ ਆਪਾਂ ਨੂੰ ਫਾਈਨੈਂਸ਼ੀਅਲੀ, ਇਕਨੋਮਿਕਲੀ ਜੋ ਵੀ ਪੈਸਾ ਹੈ ਉਹਨੂੰ ਬਾਹਰ ਲੈ ਕੇ ਜਾ ਰਹੇ ਨੇ, ਡਰੇਨ ਕਰ ਰਹੇ ਨੇ, ਖਰਾਬ ਕਰ ਰਹੇ ਨੇ ਆਪਣੀ ਇੰਡੀਆ ਦੀ ਇਕਨੋਮਿਕ ਸਿਚੁਏਸ਼ਨ, ਆਪਣੇ ਆਪ ਨੂੰ ਇੰਗਲੈਂਡ ਦੇ ਵਿੱਚ ਬੈਠ ਕੇ ਸਟਰੋਂਗ ਕਰਨ ਦੇ ਲਈ। ਸੋ ਇਹ ਥਿਊਰੀ ਦਿੱਤੀ ਸੀ ਦਾਦਾ ਭਾਈ ਨਾਰੋਜੀ, ਆਪਸ਼ਨ ਬੀ। ਵਿਜੇਨਗਰ ਰੂਲਰ ਕ੍ਰਿਸ਼ਨ ਦੇਵ ਰਾਇਆ, ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਕੰਮ ਹੈ ਅਮੁਕਤਿਆ ਮਲਿਆਦ, ਕਿਹੜੀ ਭਾਸ਼ਾ ਵਿੱਚ ਲਿਖਿਆ ਹੋਇਆ? ਸੋ ਇਹ ਲਿਖਿਆ ਹੋਇਆ ਤੇਲਗੂ, ਆਪਸ਼ਨ ਏ। ਅੰਡਰ ਐਨ ਅਗਰੀਮੈਂਟ ਵਿਦ ਵਿਚ ਆਫ ਦ ਫੋਲੋਇੰਗ ਕੰਟਰੀ ਡਿਡ ਸੁਭਾਸ਼ ਚੰਦਰ ਬੋਸ ਨੇ ਆਰਗੇਨਾਈਜ਼ ਕੀਤੀ ਸੀ ਇੰਡੀਅਨ ਸੋਲਜਰਸ ਨੂੰ? ਤੇ ਉਹ ਸੋਲਜਰਸ ਕਿੱਥੋਂ ਲਏ ਗਏ ਸੀ?
taken as prisoner by the Axis power into Azad Hind Fauj। ਸੋ ਜੋ ਵੀ ਇੰਡੀਅਨ ਸੋਲਜਰਸ ਪ੍ਰਿਜ਼ਨਰਸ ਦੇ ਤੌਰ ਤੇ ਐਕਸਿਸ ਪਾਵਰ ਨੇ ਲੈ ਲਏ ਸੀ, ਉਹਨਾਂ ਨੂੰ ਆਜ਼ਾਦ ਹਿੰਦ ਫੌਜ ਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਇਨਕਲੂਡ ਕੀਤਾ। ਸੋ ਕਿਹੜੀ ਕੰਟਰੀ ਦੇ ਨਾਲ ਇਹ ਅਗਰੀਮੈਂਟ ਕੀਤਾ ਸੀ? ਸੋ ਇਹ ਕੀਤਾ ਸੀ ਜਾਪਾਨ ਦੇ ਨਾਲ, ਆਪਸ਼ਨ ਡੀ। Next is use of Kharoshthi in ancient Indian architecture is the result of India's contact। ਸੋ ਇੰਡੀਆ ਦਾ ਕਿਹੜੇ ਨੇਸ਼ਨ ਦੇ ਨਾਲ ਕੰਟੈਕਟ ਹੋਣ ਤੋਂ ਬਾਅਦ ਖਰੋਸ਼ਤੀ ਇੰਡੀਆ ਦੇ ਆਰਕੀਟੈਕਚਰ ਦੇ ਵਿੱਚ ਇਨਕਲੂਡ ਕੀਤੀ ਗਈ, ਉਹਦੀ ਯੂਜ਼ ਹੋਇਆ। ਸੋ ਉਹ ਹੋਇਆ ਗ੍ਰੀਸ ਦਾ ਇੰਡੀਆ ਦੇ ਨਾਲ ਕੰਟੈਕਟ ਹੋਣ ਤੋਂ ਬਾਅਦ, ਆਪਸ਼ਨ ਸੀ। ਸੋ ਖਰੋਸ਼ਤੀ ਇੰਡੀਆ ਦੇ ਵਿੱਚ ਆਈ ਗ੍ਰੀਸ ਦੇ ਕਰਕੇ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ ਕਿਹੜੇ ਇਹ ਜਿਹੇ ਵੈਨੇਸ਼ੀਅਨ ਟਰੈਵਲਰ ਸੀ ਜਿਨ੍ਹਾਂ ਨੇ ਵਿਜੇਨਗਰ ਰੀਚ ਕੀਤਾ ਆਪਣੀ ਵਾਈਫ ਦੇ ਨਾਲ ਅਰਾਊਂਡ 1420। ਸੋ ਉਹ ਸੀ ਨਿਕੋਲੋ ਡੀ ਕੌਂਟੀ, ਆਪਸ਼ਨ ਬੀ, ਵੈਰੀ ਇੰਪੋਰਟੈਂਟ ਟਰੈਵਲਰ ਹੂ ਵਿਜ਼ਿਟਡ ਇੰਡੀਆ। ਅਪਰਾਈਜ਼ਿੰਗ ਆਫ 1857 ਜਿਹਨੂੰ ਆਪਾਂ ਰਿਵੋਲਟ ਆਫ 1857 ਵੀ ਕਹਿੰਦੇ ਆ, ਇਹਨੂੰ ਕਿਹਨੇ ਡਿਸਕ੍ਰਾਈਬ ਕੀਤਾ ਸੀ ਐਜ਼ ਫਰਸਟ ਵਾਰ ਆਫ ਇੰਡੀਪੈਂਡੈਂਸ। ਇਹ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ, ਵਨ ਆਫ ਦ ਮੋਸਟ ਇੰਪੋਰਟੈਂਟ ਕੁਐਸਚਨ ਫਰਮ ਇੰਡੀਅਨ ਮਾਡਰਨ ਹਿਸਟਰੀ। ਤੇ ਇਹ ਕਿਹਾ ਸੀ ਫਰਸਟ ਵਾਰ ਆਫ ਇੰਡੀਪੈਂਡੈਂਸ ਵੀ.ਡੀ. ਸਵਰਕਰ ਨੇ, ਆਪਸ਼ਨ ਡੀ। ਉਪਨਿਸ਼ਦ ਕੀ ਨੇ? ਸੋ ਉਪਨਿਸ਼ਦ ਇੱਕ ਬਹੁਤ ਇੰਪੋਰਟੈਂਟ ਸੋਰਸ ਨੇ ਹਿੰਦੂ ਫਿਲਾਸਫੀ ਦਾ, ਆਪਸ਼ਨ ਏ। ਪੁਲਾਕੇਸਿਨ II ਕਿੱਥੋਂ ਦੇ ਫੇਮਸ ਰੂਲਰ ਸੀ? ਪੁਲਾਕੇਸਿਨ II ਸੀ ਚਾਲੁਕਿਆਸ ਦੇ ਰੂਲਰ, ਆਪਸ਼ਨ ਈ। ਵੀਕਲੀ ਕਾਮਨਵੀਲ ਕਿਹਨੇ ਫਾਊਂਡ ਕੀਤਾ? ਸੋ ਵੀਕਲੀ ਕਾਮਨਵੀਲ ਨੂੰ ਫਾਊਂਡ ਕੀਤਾ ਐਨੀ ਬੇਸੈਂਟ, ਆਪਸ਼ਨ ਏ। Ustad Mansoor was a famous painter in the reign of। This is also most important question from medieval history। ਇਹ ਵੀ ਬਹੁਤ ਵਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਉਸਤਾਦ ਮਨਸੂਰ ਫੇਮਸ ਪੇਂਟਰ ਸੀ ਜਹਾਂਗੀਰ ਦੇ ਸਮੇਂ, ਆਪਸ਼ਨ ਡੀ। ਸਿਸਟਮ ਆਫ ਡੂਅਲ ਗਵਰਨਮੈਂਟ 18th ਸੈਂਚੁਰੀ ਦਾ ਜਿਹੜਾ ਲੇਟਰ ਹਾਫ ਸੀ ਉਹਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ। ਜਿਹੜਾ ਸਿਸਟਮ ਹੈ ਇਹਦੇ ਨਾਲ ਆਪਾਂ ਕਿਹਦਾ ਨਾਮ ਜੋੜਦੇ ਹਾਂ? ਸੋ ਕਿਹਨੇ ਇਹਨੂੰ ਲਿਆਂਦਾ? ਸੋ ਉਹ ਹੈ ਰਾਬਰਟ ਕਲਾਈਵ, ਆਪਸ਼ਨ ਏ। There was a sharp class division at Harappa and Mohenjo-daro। ਸੋ ਹਰੱਪਾ ਮੋਹਨਜੋਦਾਰੋ ਜਿਹੜੇ ਆਪਣੇ ancient important sites ਨੇ ਇੰਡੀਅਨ ਹਿਸਟਰੀ ਬਾਰੇ ਦੱਸਦੀਆਂ ਨੇ, ਕਹਿੰਦੇ ਉੱਥੇ ਆਪਾਂ ਨੂੰ ਇੱਕ ਚੀਜ਼ ਬਾਰੇ ਪਤਾ ਚੱਲਦਾ ਜਦੋਂ ਆਪਾਂ ਹਰੱਪਾ ਤੇ ਮੋਹਨਜੋਦਾਰੋ ਨੂੰ ਦੇਖਦੇ ਆ ਵੀ ਕਲਾਸ ਡਿਵੀਜ਼ਨ ਬਹੁਤ ਸੀ, ਅਪਰ ਕਲਾਸ, ਲੋਅਰ ਕਲਾਸ, ਇਹ ਚੀਜ਼ਾਂ ਬਹੁਤ ਜ਼ਿਆਦਾ ਸੀ। ਕਿੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਕਲਾਸ ਡਿਵੀਜ਼ਨ ਸੀ? ਸੋ ਉਹ ਪਤਾ ਲੱਗਦਾ ਉੱਥੋਂ ਦੇ ਲੋਕਾਂ ਦੇ ਜਿਹੜੇ ਰਹਿਣ ਦੀ ਜਗ੍ਹਾ ਸੀ, ਡਵੈਲਿੰਗ ਸੀਗੀਆਂ, ਉਹਨਾਂ ਨੂੰ ਖੋਜ ਕਰਕੇ ਉਹਨਾਂ ਨੂੰ ਐਕਸਕੇਵੇਟ ਕਰਕੇ। ਸੋ ਡਿਫਰੈਂਟ ਟਾਈਪਸ ਆਫ ਡਵੈਲਿੰਗਸ ਐਕਸਕੇਵੇਟਡ। ਸੋ ਡਵੈਲਿੰਗਸ ਤੋਂ ਆਪਾਂ ਨੂੰ ਪਤਾ ਚੱਲਿਆ ਵੀ ਬਹੁਤ ਹੀ ਜ਼ਿਆਦਾ ਹਾਇਰ ਕਲਾਸ ਡਿਵੀਜ਼ਨ ਸੀ, ਇੱਕ ਸ਼ਾਰਪ ਕਲਾਸ ਡਿਵੀਜ਼ਨ ਸੀ। ਨੈਕਸਟ ਇਜ਼ ਟਿਪੂ ਸੁਲਤਾਨ ਕਿੱਥੋਂ ਦੇ ਰੂਲਰ ਸੀ? ਸੋ ਟਿਪੂ ਸੁਲਤਾਨ ਸੀ ਮਾਇਸੂਰ ਦੇ ਰੂਲਰ, ਆਪਸ਼ਨ ਸੀ। ਟਰਮ ਯਾਵਨ ਪ੍ਰਿਆ ਜਿਹਦੀ ਜ਼ਿਕਰ ਹੋ ਰਿਹਾ ਸੰਸਕ੍ਰਿਤ ਟੈਕਸਟ ਦੇ ਵਿੱਚ, ਇਹਦਾ ਮਤਲਬ ਕੀ ਹੈ? ਸੋ ਯਾਵਨ ਪ੍ਰਿਆ ਸਟੈਂਡਸ ਫॉर ਪੈਪਰ, ਆਪਸ਼ਨ ਬੀ। ਬੇਸਿਕਲੀ ਪੁਰਾਣੇ ਜ਼ਮਾਨੇ ਦੇ ਵਿੱਚ ਇੰਡੀਆ ਨੂੰ ਇੱਕ ਬਹੁਤ ਹੀ ਜ਼ਿਆਦਾ ਸਟਰੋਂਗ ਸਪਾਈਸਿਸ ਦੇ ਲਈ ਦੇਖਿਆ ਜਾਂਦਾ ਸੀ, ਸਪਾਈਸ ਟ੍ਰੇਡ ਦੇ ਲਈ। ਸੋ ਇਸੇ ਲਈ ਯਾਵਨ ਪ੍ਰਿਆ ਦਾ ਜਿਹੜਾ ਮੈਂਸ਼ਨ ਹੈ ਉਹ ਏਂਸ਼ੀਅੰਟ ਸੰਸਕ੍ਰਿਤ ਟੈਕਸਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ। There were widespread rising against British in 1820। 1820 ਦੇ ਅਰਾਊਂਡ ਬ੍ਰਿਟਿਸ਼ਰਸ ਦੇ ਖਿਲਾਫ ਬਹੁਤ ਵਾਈਡਸਪ੍ਰੈਡ ਰਾਈਜ਼ਿੰਗ ਸੀ, ਬਹੁਤ ਰੋਸ਼ ਸਟਾਰਟ ਹੋ ਗਿਆ ਸੀ। ਕੌਣ ਸੀ ਇਹਨਾਂ ਚਾਰਾਂ ਦੇ ਵਿੱਚੋਂ ਜਿਹਨੇ 1820 ਦੇ ਅਰਾਊਂਡ ਰਿਵੋਲਟ ਸਟਾਰਟ ਨਹੀਂ ਕੀਤੀ ਸੀ ਬ੍ਰਿਟਿਸ਼ਰਸ ਦੇ ਅਗੇਂਸਟ? ਸੋ ਉਹ ਸੀ ਸਾਂਥਲਸ, ਆਪਸ਼ਨ ਏ। ਨੈਕਸਟ ਇਜ਼ ਕੁਟੀ, ਸ਼ੰਕਰ, ਲਕਸ਼ਮਣ, ਸੁਧੀਰਦਾਰ। ਇਹਨਾਂ ਚਾਰਾਂ ਦੇ ਵਿੱਚ ਕੀ ਚੀਜ਼ ਕਾਮਨ ਹੈ? ਸੋ ਇਹ ਚਾਰੋਂ ਹੀ ਰਿਲੇਟਡ ਨੇ। ਇਹ ਕੀ ਕਰਦੇ ਨੇ? ਇੱਕ ਕਾਰਟੂਨਸ ਡਰਾ ਕਰਦੇ ਨੇ। ਥੀਸ ਆਰ ਰਿਲੇਟਡ ਟੂ ਡਰਾਇੰਗ ਕਾਰਟੂਨ। ਆਇਰਨ ਮੈਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਹੈ? ਵੈਰੀ ਇੰਪੋਰਟੈਂਟ ਕੁਐਸਚਨ, ਸਰਦਾਰ ਵੱਲਭ ਭਾਈ ਪਟੇਲ, ਆਪਸ਼ਨ ਡੀ। ਜੂਡ ਫੈਲਿਕਸ ਇੰਪੋਰਟੈਂਟ ਫੇਮਸ ਇੰਡੀਆ ਦੇ ਪਲੇਅਰ ਨੇ, ਕਿਹੜੀ ਫੀਲਡ ਨਾਲ ਰਿਲੇਟਡ ਨੇ? ਸੋ ਜੂਡ ਫੈਲਿਕਸ ਇਜ਼ ਰਿਲੇਟਡ ਟੂ ਹਾਕੀ, ਆਪਸ਼ਨ ਡੀ। Who among the following was an eminent painter? ਇਹਨਾਂ ਦੇ ਵਿੱਚੋਂ ਪੇਂਟਰ ਹੈ ਸਰਦ ਉਕੀਲ, ਆਪਸ਼ਨ ਏ। ਪ੍ਰੋਫੈਸਰ ਅਮਰਤਿਆ ਸੇਨ ਕਿਹੜੀ ਫੀਲਡ ਨਾਲ ਰਿਲੇਟਡ ਹੈ? ਸੋ ਇਹ ਰਿਲੇਟਡ ਹੈ ਇਕਨੋਮਿਕਸ, ਆਪਸ਼ਨ ਸੀ। ਅਮਜਦ ਅਲੀ ਖਾਨ ਕਿਹੜੇ ਮਿਊਜ਼ੀਕਲ ਇੰਸਟਰੂਮੈਂਟ ਨਾਲ ਰਿਲੇਟਡ ਹੈ, ਐਸੋਸੀਏਟਡ ਹੈ? ਸੋ ਹੀ ਇਜ਼ ਐਸੋਸੀਏਟਡ ਵਿਦ, ਆਪਸ਼ਨ ਏ, ਸਰੂਦ। ਗੁਰੂ ਗੋਪੀ ਕ੍ਰਿਸ਼ਨਾ ਕਿਹੜੀ ਡਾਂਸ ਫਾਰਮ ਦੇ ਮਾਸਟਰ ਮੰਨੇ ਜਾਂਦੇ ਸੀ? ਸੋ ਇਹ ਸੀ ਕੱਥਕ ਦੇ, ਆਪਸ਼ਨ ਬੀ। ਏ ਨਗੇਸ਼ਵਰ ਰਾਓ ਕਿਹੜੀ ਫੀਲਡ ਨਾਲ ਰਿਲੇਟਡ ਨੇ? ਸੋ ਇਹ ਰਿਲੇਟਡ ਹੈ ਮੋਸ਼ਨ ਪਿਕਚਰਸ, ਆਪਸ਼ਨ ਸੀ। ਕਿਹੜੀ ਫੀਲਡ ਹੈ ਜਿੱਥੇ ਆਚਨ ਮਹਾਰਾਜ ਨੇ ਆਪਣੇ ਆਪ ਨੂੰ
बहुत ही ज़्यादा डिस्टिंग्विश्ड पर्सनैलिटी के तौर पर पेश किया। सो बहुत ज़्यादा फेमस ने। आशन महाराज इज रिलेटेड टू ऑप्शन सी डांस। Who is known as Indian Bismarck? Indian Bismarck किया जाता है सरदार वल्लभ भाई पटेल ਨੂੰ। ऑप्शन बी another important question। ਸਪੈਰੋ ਦਾ ਟਾਈਟਲ ਕਿਹਨੂੰ ਦਿੱਤਾ ਗਿਆ? ਸਪੈਰੋ ਦਾ ਟਾਈਟਲ ਦਿੱਤਾ ਗਿਆ ਹੈ ਮੇਜਰ ਜਨਰਲ ਰਜਿੰਦਰ ਸਿੰਘ ਨੂੰ। ਲੇਡੀ ਵਿਦ ਦ ਲੈਂਪ ਵੈਰੀ ਵੈਰੀ ਇੰਪੋਰਟੈਂਟ। ਸੋ ਇਹ ਟਾਈਟਲ ਦਿੱਤਾ ਹੈ ਫਲੋਰੈਂਸ ਨਾਈਟਿੰਗੇਲ। ऑप्शन ए। बीजापुर किस चीज ਲਈ ਜਾਣਿਆ ਜਾਂਦਾ ਹੈ? ਸੋ बीजापुर ਕੀ ਹੈ? ਗੋਲ ਗੁੰਬਾਜ਼। very important art and culture question from medieval India history। चित्रकूट किथे है? चित्रकूट है यूपी विच। ऑप्शन बी। विक्रम साराभाई स्पेस सेंटर किथे लोकेटेड है? ये ऑलरेडी एक पंजाब के क्लर्क लेवल के एग्जाम विच क्वेश्चन आ चुके हैं। सो ये बहुत ही ज्यादा इंपॉर्टेंट है। विक्रम साराभाई स्पेस सेंटर है थिरुवनंतपुरम। ऑप्शन डी। फेमस रॉक गार्डन केड़ी सिटी विच है? सो रॉक गार्डन है चंडीगढ़। ऑप्शन डी। कांडला is situated on Gulf of Kutch। केड़ी चीज दे लई मशहूर है? सो कांडला मशहूर है एक्सपोर्ट प्रोसेसिंग जोन दे तौर ते। ऑप्शन ए। विजय स्तंभ किथे है? विजय स्तंभ है चित्तौड़। ऑप्शन डी। फर्स्ट डेथ एनिवर्सरी डे ऑफ श्री राजीव गांधी was observed as। सो पहली डेथ एनिवर्सरी श्री राजीव गांधी दी ऑब्जर्व की गई सी एज एंटी टैरोरिज्म डे। ऑप्शन डी। 20 अगस्त ਨੂੰ ਕੀ ਸੈਲੀਬ੍ਰੇਟ ਕੀਤਾ ਜਾਂਦਾ ਹੈ? 20 ਅਗਸਤ ਨੂੰ ਮਨਾਇਆ ਜਾਂਦਾ ਹੈ ਸਦਭਾਵਨਾ ਦਿਵਸ। ऑप्शन बी। ਨੈਸ਼ਨਲ ਮੈਰੀਟਾਈਮ ਡੇ ਇੰਡੀਆ ਦਾ ਕਿੰਨੀ ਤਰੀਕ ਨੂੰ ਆਉਂਦਾ? ਸੋ ਇਹ ਆਉਂਦਾ 5 ਅਪ੍ਰੈਲ ਨੂੰ। ऑप्शन ए। ਵਰਲਡ ਇਨਵਾਇਰਨਮੈਂਟ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਵਰਲਡ ਇਨਵਾਇਰਨਮੈਂਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ 5 ਜੂਨ ਨੂੰ। ऑप्शन बी। ਕਿਹੜੇ ਇੰਪੋਰਟੈਂਟ ਇੰਡੀਆ ਦੇ ਲੀਡਰ ਸੀ ਜਿਨ੍ਹਾਂ ਦੇ ਜਨਮ ਦਿਵਸ ਨੂੰ ਚਿਲਡਰਨਸ ਡੇ ਦੇ ਤੌਰ ਤੇ ਮਨਾਉਂਦੇ ਤੇ ਇਹ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਕਿਉਂਕਿ ਨਵੰਬਰ ਮੰਥ ਨਾਲ ਰਿਲੇਟਡ ਹੈ। ਸੋ ਉਹ ਨੇ ਜਵਾਹਰ ਲਾਲ ਨਹਿਰੂ ਜੀ ਤੇ ਕਿਸ ਦਿਨ ਆਉਂਦਾ ਹੈ? 14 ਨਵੰਬਰ। ਨੈਕਸਟ ਇਜ਼ 1991 ਦੇ ਸਾਲ ਨੂੰ ਇੰਡੀਆ ਦੇ ਵਿੱਚ ਕਿਹੜੇ ਈਅਰ ਦੇ ਤੌਰ ਤੇ ਮਨਾਇਆ ਗਿਆ? ਸੋ ਈਅਰ ਆਫ 1991 ਵਾਸ ਆਬਜ਼ਰਵਡ ਇਨ ਇੰਡੀਆ ਐਜ਼ ਈਅਰ ਆਫ ਟੂਰਿਜ਼ਮ। ऑप्शन डी। ਕਿਹੜੇ ਦਿਨ ਵਰਲਡ ਫੂਡ ਡੇ ਮਨਾਇਆ ਜਾਂਦਾ ਹੈ? ਅਨਦਰ ਇੰਪੋਰਟੈਂਟ ਅਕਤੂਬਰ 16। ਇਹਨਾਂ ਵਿੱਚੋਂ ਕਿਹੜਾ ਫੈਸਟੀਵਲ ਹੈ ਜਿਸ ਦਿਨ ਪ੍ਰੋਫਿਟ ਮੁਹੰਮਦ ਦੇ ਬਰਥਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ? ਸੋ ਉਹ ਹੈ ਈਦ ਏ ਮਿਲਾਦ। ऑप्शन बी। ਰੋਸ਼ ਹਸ਼ਾਨਾ ਕਿਹੜੀ ਕਮਿਊਨਿਟੀ ਦਾ ਨਵਾਂ ਸਾਲ ਹੈ? ਸੋ ਇਹ ਹੈ ਜਿਊਸ ਦਾ। ऑप्शन ए। ਵਰਲਡ ਲਿਟਰੇਸੀ ਡੇ ਇਜ਼ ਆਬਜ਼ਰਵਡ ਔਨ 8 ਸੈਪਟੈਂਬਰ। ऑप्शन सी। ਪੈਠਾਨ ਜੈਕਵਾਦੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਜਾਪਾਨ ਦੀ ਮਦਦ ਦੇ ਨਾਲ ਕੰਪਲੀਟ ਕੀਤਾ ਗਿਆ ਕਿਹੜੀ ਰਿਵਰ ਉੱਤੇ? ਸੋ ਰਿਵਰ ਇਜ਼ ਗੋਦਾਵਰੀ। ऑप्शन डी। ਸਿਗਨੀਫੀਕੈਂਟ ਸ਼ਿਫਟ ਇਨ ਇੰਡੀਅਨ ਐਗਰੀਕਲਚਰ ਡਿਊਰਿੰਗ ਗ੍ਰੀਨ ਰੈਵੋਲੂਸ਼ਨ ਇਨਕਲੂਡ। ਸੋ ਜਦੋਂ ਗ੍ਰੀਨ ਰੈਵੋਲੂਸ਼ਨ ਕੀਤਾ ਗਿਆ ਤਾਂ ਇੰਡੀਆ ਦੇ ਐਗਰੀਕਲਚਰ ਵਿੱਚ ਬਹੁਤ ਇੰਪੋਰਟੈਂਟ ਮੇਜਰ ਚੇਂਜਸ ਲਿਆਂਦੀਆਂ ਗਈਆਂ ਤੇ ਇਹਨਾਂ ਦੇ ਵਿੱਚੋਂ ਕਿਹੜੀਆਂ ਚੇਂਜਸ ਨੇ? ਸੋ ਪਹਿਲੀ ਹੈ non food grain reported some spectacular progress and shift in cropping pattern। cropping pattern ਦੇ ਵਿੱਚ ਫਸਲ ਨੂੰ ਕਿਵੇਂ ਬੀਜਣਾ ਹੈ ਉਹ ਚੀਜ਼ਾਂ ਵਿੱਚ ਚੇਂਜ ਲਿਆਂਦੀ ਗਈ। ਦੂਜਾ major food grains in eastern region production decreased and in northern state increased। ਸੋ ਇਹ ਦੋਨੋਂ ਹੀ ਸਟੇਟਮੈਂਟ ਬਿਲਕੁਲ ਸਹੀ ਨੇ ਗ੍ਰੀਨ ਰੈਵੋਲੂਸ਼ਨ ਦੇ ਨਾਲ। ਸੋ ਰਾਈਟ ਆਨਸਰ ਕੀ ਹੈ? ऑप्शन सी both A and B। ਨੈਕਸਟ ਇਜ਼ ਤਿੱਬਤ ਤੋਂ ਕਿਹੜੀਆਂ ਰਿਵਰਸ ओरिजिनेट ਹੁੰਦੀਆਂ ਨੇ? ਕਿਹੜੀਆਂ ਰਿਵਰਸ ਦਾ ਸੋਰਸ ਹੈ ਬੇਸਿਕਲੀ ओरिजिनेशन ਦਾ ਤਿੱਬਤ? ਰਾਈਟ ਆਨਸਰ ਇਜ਼ ऑप्शन सी ਬ੍ਰਹਮਪੁੱਤਰਾ ਇਨ ਦ ਸੈਂਸ ਸਤਲੁਜ। ਨੈਕਸਟ ਇਜ਼ ਸੀਨੋਜ਼ੋਇਕ ਏਰਾ ਸੀ ਜਿਹੜਾ ਉਹਦੇ ਵਿੱਚ ਕਿਹੜੇ ਇੰਪੋਰਟੈਂਟ ਇਵੈਂਟਸ ਹੋਏ? ਸੋ ਉਹਦੇ ਸਹੀ ਉੱਤਰ ਹੈ ऑप्शन A। ਇੱਕ ਤਾਂ ਰੌਕਿਸ ਬਣੀਆਂ, ਇੰਡੀਆ ਨੇ ਏਸ਼ੀਆ ਦੇ ਨਾਲ ਕੋਲਾਈਡ ਕੀਤਾ, ਉਹਦੇ ਨਾਲ ਜੁੜਿਆ ਟਕਰਾਇਆ, ਉਸ ਤੋਂ ਬਾਅਦ ਹਿਮਾਲਿਆ ਬਣੇ ਤੇ ਐਲਪਸ ਬਣੇ। ਸੋ ਫਾਰਮੇਸ਼ਨ ਆਫ ਹਿਮਾਲਿਆਜ਼ ਐਂਡ ਐਲਪਸ ਦਿਸ ਇਜ਼ ਵੈਰੀ ਇੰਪੋਰਟੈਂਟ ਜਿਓਗ੍ਰਾਫੀ ਕੁਐਸਚਨ। ਸੋ ਜਿਹੜਾ ਟਾਈਮ ਪੀਰੀਅਡ ਹੈ ਸੀਨੋਜ਼ੋਇਕ ਏਰੀਆ ਦਾ ਉਹ ਕਦੋਂ ਮੰਨਿਆ ਜਾਂਦਾ ਹੈ? ਸੋ ਇਹ ਮੰਨਿਆ ਜਾਂਦਾ ਹੈ 66 million years ago from today। Next is last question from our today's important MCQ session on general knowledge। The year dash is called Great Divide in demographic history of India। So related to population demography ਕਿਹੜੇ ਸਾਲ ਨੂੰ Great Divide ਦਾ ਸਾਲ ਕਿਹਾ ਜਾਂਦਾ ਹੈ? This is again very important question। So ਇਹ ਹੈ option B 1921। So this was all about our today's important lecture ਤੇ ਮੈਂ ਤੁਹਾਨੂੰ suggest ਕਰੂੰਗੀ ਕਿ ਤੁਸੀਂ ਇੱਕ ਵੀ question miss ਨਾ ਕਰੋ।
ਔਰ ਤੁਸੀਂ ਇਹਨੂੰ ਦੁਬਾਰਾ PDF ਜਿਹੜੀ ਮੈਂ ਟੈਲੀਗ੍ਰਾਮ ਵਿੱਚ ਸ਼ੇਅਰ ਕਰੂੰਗੀ ਉਹਦੇ ਤੋਂ ਰਿਵਾਈਜ਼ ਵੀ ਜ਼ਰੂਰ ਕਰਕੇ ਜਾਓ, ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਮੈਂ ਅੱਜ ਕਵਰ ਕੀਤੇ ਨੇ, ਸਪੈਸ਼ਲੀ PSSB ਕਲਰਕ, ਕੋਆਪਰੇਟਿਵ ਇੰਸਪੈਕਟਰ, ਨਾਇਬ ਤਹਿਸੀਲਦਾਰ ਐਗਜ਼ਾਮ ਦੇ ਲਈ। So this was all about. Please do subscribe to my channel. Thank you and good luck.